अस्सलाम वालेकुम शानी जट वीलॉग ऑफिशियल चैनल ਦੇ ਵਿੱਚ ਤੁਹਾਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਜ਼ਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਜਿਹੜਾ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਤੁਹਾਡੇ ਤੱਕ बर वक्त ਪਹੁੰਚੇ ਤੇ ਕੋਸ਼ਿਸ਼ ਕਰੋ ਕਿ ਮੇਰਾ ਵੀਲੌਗ ਐਂਡ ਤੱਕ ਦੇਖੋ ਤਾਂ ਕਿ ਤੁਹਾਡੇ ਤੱਕ ਹਰ ਖਬਰ ਜਿਹੜੀ ਨਾ ਉਹ ਤਫਸੀਲਨ ਪਹੁੰਚੇ। ਜਨਾਬੇ ਆਲੀ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਬਿੱਲ ਪਾਸ ਹੋਇਆ। ਮਰੀਮ ਨਵਾਜ਼ ਸਾਹਿਬਾ ਨੇ ਜਿਹੜਾ ਨਾ ਇੱਕ ਬਿੱਲ ਪੇਸ਼ ਕੀਤਾ ਉਹ ਹੈਗਾ ਕਮਸਨ ਜਿਹੜੀ ਬੱਚੀਆਂ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਦੀ ਸ਼ਾਦੀ ਦੇ ਮੁਤਾਲਿਕ ਇੱਕ ਬਿੱਲ ਪੇਸ਼ ਕੀਤਾ ਗਿਆ ਕਿ 18 ਸਾਲ ਤੋਂ ਕਮ ਉਮਰ ਬੱਚਿਆਂ ਦੀ ਸ਼ਾਦੀ ਜਿਹੜੀ ਨਾ ਉਹ ਮਮਨੂ ਕਰਾਰ ਦੇ ਦਿੱਤੀ ਗਈ ਹੈ। ਤੇ ਜਿਹੜਾ ਯਾਨੀ ਕਿ 18 ਸਾਲ ਦੀ ਉਮਰ ਤੋਂ ਥੱਲੇ ਕੋਈ ਆਪਣਾ ਬੱਚਾ ਬੱਚੀ ਵਿਆਹੇਗਾ ਤੇ ਉਹਦੇ ਖਿਲਾਫ ਜਿਹੜਾ ਨਾ ਕਾਨੂੰਨੀ ਜਿਹੜਾ ਨਾ ਫਿਰ ਕਾਰਵਾਈ ਕੀਤੀ ਜਾਏਗੀ। ਇਹ ਬਿੱਲ ਭਾਈਜਾਨ ਬਹੁਤ ਪਹਿਲੇ ਆ ਜਾਣਾ ਚਾਹੀਦਾ ਸੀ, ਲੇਕਿਨ ਤੁਹਾਨੂੰ ਪਤਾ ਹੈ ਕਿ ਕਈ ਵਜੂਹਾਤ ਦੀ ਬਣਾ 'ਤੇ ਇਹ ਬਿੱਲ ਨਹੀਂ ਲਿਆਂਦਾ ਗਿਆ। ਪਿਛਲੀ ਹਕੂਮਤਾਂ ਜਿਹੜੀਆਂ ਸਨ ਉਹ ਵੀ ਨਹੀਂ ਲਿਆ ਸਕੀਆਂ, ਲੇਕਿਨ ਇਹ ਕ੍ਰੈਡਿਟ ਜਾਂਦਾ ਮਰੀਮ ਨਵਾਜ਼ ਸਾਹਿਬਾ ਨੂੰ। ਦੇਖੋ ਜੀ ਇਸ ਬਿੱਲ ਲਿਆਉਣ ਦਾ ਮਕਸਦ ਕੀ ਹੈ ਭਲਾ? ਮਕਸਦ ਇਹ ਹੈਗਾ ਕਿ ਤੁਸੀਂ ਦੇਖਿਆ ਹੋਏਗਾ ਆਪਣੇ ਸੱਜੇ ਖੱਬੇ ਖਾਸ ਕਰ ਪਿੰਡਾਂ ਥਾਵਾਂ ਦੇ ਵਿੱਚ ਜਿਹੜਾ ਹੈ ਨਾ ਕਿ ਜਿਹੜੀਆਂ ਕਮਸਨ ਬੱਚੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਵਿਆਹ ਦਿੱਤਾ ਜਾਂਦਾ ਹੈ ਵੱਡੇ ਉਮਰ ਦੇ ਭਾਈਆਂ ਦੇ ਨਾਲ, ਬਾਬਿਆਂ ਦੇ ਨਾਲ, ਜਿਨ੍ਹਾਂ ਦੀ ਉਮਰ 50 ਤੋਂ ਵੀ ਉੱਤੇ ਟੱਪ ਜਾਂਦੀ ਹੈ। ਤੇ ਬੱਚੀ ਦੀ ਉਮਰ ਕਿੰਨੀ ਹੁੰਦੀ ਹੈ? 12 ਸਾਲ, 13 ਸਾਲ, 14 ਸਾਲ, 15 ਸਾਲ ਜਾਂ 16 ਸਾਲ। ਇਸ ਸਾਲ ਦੀ ਉਮਰ ਦੀ ਬੱਚੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵਿਆਹ ਦਿੰਦੇ ਨੇ 50 ਸਾਲ, 60 ਸਾਲ, 70 ਸਾਲ ਦੇ ਬਾਬਿਆਂ ਦੇ ਨਾਲ। ਉਹ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਜੀ ਇਹਨਾਂ ਦੀਆਂ ਕੋਈ ਲੜਾਈਆਂ ਹੁੰਦੀਆਂ ਨੇ, ਕੋਈ ਆਪਣੇ ਇਹਨਾਂ ਦੇ ਉਹ ਚੱਲ ਰਹੇ ਹੁੰਦੇ ਨੇ, ਕੋਈ ਫੱਡੇਬਾਜ਼ੀ ਹੋ ਰਹੀ ਹੁੰਦੀ ਹੈ, ਕੋਈ ਜਾਇਦਾਦ ਦਾ ਰੌਲਾ, ਕੋਈ ਜ਼ਮੀਨ ਦਾ ਰੌਲਾ, ਜਾਂ ਕੋਈ ਕਿਸੇ ਨੇ ਕਤਲ ਕਰ ਦਿੱਤਾ ਤੇ ਫਿਰ ਇਹ ਪੰਚਾਇਤ ਬੁਲਾਉਂਦੇ ਨੇ ਤੇ ਪੰਚਾਇਤ ਦੇ ਵਿੱਚ ਫੈਸਲਾ ਕਰਦੇ ਨੇ ਕਿ ਅੱਛਾ ਜੀ ਇਹਨੇ ਤੇਰਾ ਬੰਦਾ ਮਾਰਿਆ ਸੀ ਤਾਂ ਠੀਕ ਹੈ, ਫਿਰ ਤੂੰ ਇਹਦੇ ਬਦਲੇ ਜੀ ਇਹਦੀ ਬੇਟੀ ਦੇ ਨਾਲ ਸ਼ਾਦੀ ਕਰ ਲੈ। ਉਹ ਜਦੋਂ ਬੇਟੀ ਦੀ ਉਮਰ ਪੁੱਛੀ ਜਾਂਦੀ ਹੈ ਕਿੰਨੀ ਹੈ, ਉਹ ਜੀ 12 ਸਾਲ। ਤੇ ਲੋ ਜੀ ਬਸ ਜੀ ਪੰਚਾਇਤ ਨੇ ਫੈਸਲਾ ਕਰ ਦਿੱਤਾ ਉਮਰ ਭਾਵੇਂ ਜਿੰਨੀ ਮਰਜ਼ੀ ਹੋਏ ਤੇ ਵਿਆਹ ਜਿਹੜਾ ਨਾ ਇਹ ਹੁਣ ਹੱਕ ਉਹਦਾ ਹੈਗਾ ਤੇ ਉਹਨੇ ਕਰਨਾ ਹੀ ਕਰਨਾ। ਤੇ ਬੰਦੇ ਦੀ ਉਮਰ ਕਿੰਨੀ ਹੁੰਦੀ ਹੈ ਜਨਾਬ? 55 ਸਾਲ, 60 ਸਾਲ, 70 ਸਾਲ। ਸਮਝ ਆ ਰਹੀ ਹੈ? ਤੇ ਇਹ ਬੜਾ ਜ਼ੁਲਮ ਹੈਗਾ ਜੀ। ਸਾਡਾ ਮਜ਼ਹਬ ਹੀ ਇਸ ਚੀਜ਼ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੰਦਾ ਕਿ ਤੁਸੀਂ ਕਮਸਨ ਬੱਚੀਆਂ ਦੇ ਉੱਤੇ ਜਿਹੜਾ ਨਾ ਇੰਨਾ ਜ਼ੁਲਮ ਕਰੋ। ਇਹ ਬੜਾ ਵੱਡਾ ਜ਼ੁਲਮ ਹੈਗਾ ਬੱਚੀਆਂ ਦੇ ਉੱਤੇ ਖਾਸ ਤੌਰ 'ਤੇ ਕਿ ਤੁਸੀਂ ਇਸ ਤਰ੍ਹਾਂ ਦਾ ਜ਼ੁਲਮ ਕਰਦੇ ਹੋ। ਸਮਝ ਆ ਰਹੀ ਹੈ? ਤੇ ਲਿਹਾਜ਼ਾ ਮਰੀਮ ਨਵਾਜ਼ ਸਾਹਿਬਾ ਨੇ ਬੜਾ ਇੱਕ ਅਹਿਮ ਬਿੱਲ ਪੇਸ਼ ਕੀਤਾ ਹੈ। ਆਲ ਕ੍ਰੈਡਿਟ ਗੋਜ਼ ਟੂ ਮਰੀਮ ਨਵਾਜ਼ ਸਾਹਿਬਾ ਕਿ ਉਹਨਾਂ ਨੇ ਜਿਹੜਾ ਨਾ ਕਿ ਐਸਾ ਕਾਨੂੰਨ ਬਣਾ ਕੇ ਤੇ ਉਹਨਾਂ ਦੇ ਜਿਹੜੇ ਮਜ਼ਮੂਮ ਜਿਹੜੇ ਮਕਾਸਦ ਦੀਆਂ ਅਰਾਦ ਨੇ ਉਹਨਾਂ ਨੂੰ ਜਿਹੜਾ ਨਾ ਬੰਦ ਕਰ ਦਿੱਤਾ ਹੈ, ਖ਼ਤਮ ਕਰ ਦਿੱਤਾ ਹੈ ਕਿ ਹੁਣ ਕਿਸੇ ਵੀ ਬੱਚੀ ਦੀ ਇੱਜ਼ਤ ਜਿਹੜੀ ਹੈ ਨਾ ਉਹ ਬਰਬਾਦ ਨਹੀਂ ਹੋਏਗੀ, ਕਿਸੇ ਬੱਚੀ ਦੀ ਜ਼ਿੰਦਗੀ ਬਰਬਾਦ ਨਹੀਂ ਹੋਈ, ਕਿਸੇ ਬੱਚੇ ਦੀ ਜ਼ਿੰਦਗੀ ਬਰਬਾਦ ਨਹੀਂ ਹੋਏਗੀ। ਨਾਲੇ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਉਮਰਾਂ ਇੰਨੀਆਂ ਕੱਚੀਆਂ ਹੁੰਦੀਆਂ ਨੇ, ਇੰਨੇ ਉਹ ਬੱਚੇ ਹੁੰਦੇ ਨੇ, ਉਹ ਤੇ ਵਿਚਾਰੇ ਆਪਣੀ ਉਹਨਾਂ ਨੂੰ ਖੇਲ ਖੂਲ ਦੇ ਵਿੱਚ ਉਹ ਮਗਨ ਹੁੰਦੇ ਨੇ ਤਾਂ ਇਜ਼ਦਵਾਜੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨਗੇ? ਮੈਨੂੰ ਤੁਸੀਂ ਪਹਿਲੇ ਇਹ ਦੱਸੋ। ਬੱਚੀ ਜਿੰਨੀ ਦੇਰ ਤੱਕ ਮੁਕੰਮਲ ਤੌਰ 'ਤੇ ਬਾਲਗ ਨਾ ਹੋ ਜਾਏ ਤੇ ਉਹ ਕਿਸ ਤਰ੍ਹਾਂ ਯਾਨੀ ਕਿ ਆਪਣੀ ਇਜ਼ਦਵਾਜੀ ਜ਼ਿੰਦਗੀ ਜਿਹੜਾ ਨਾ ਗੁਜ਼ਾਰੇਗਾ? ਉਹਨੂੰ ਤੇ ਆਪਣੀ ਫਿਕਰ ਨਹੀਂ ਹੁੰਦੀ ਤੇ ਉਹ ਆਪਣੀ ਜੇ ਉਹਦੀ ਕੋਈ ਔਲਾਦ ਪੈਦਾ ਹੋ ਜਾਏ ਤਾਂ ਕਿਸ ਤਰ੍ਹਾਂ ਉਹਦੀ ਪਰਵਰਿਸ਼ ਕਰੇਗੀ? ਇਹ ਇੱਕ ਅਲਾਰਮਿੰਗ ਜਿਹੜੀ ਹੈ ਨਾ ਉਹ ਹੈ ਵੇ ਇੱਕ ਸਿਚੁਏਸ਼ਨ ਕਿ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਉਹਦੀ ਤੇ ਆਪਣੀ ਉਮਰ ਖੇਡਣ ਕੁੱਦਣ ਵਾਲੀ ਹੈਗੀ ਹੈ। ਠੀਕ ਹੈ, 18 ਸਾਲ ਤੋਂ ਥੱਲੇ ਬੱਚਾ ਉਹ ਤੇ ਨਾਬਾਲਗ ਹੁੰਦੇ ਨੇ, ਕੱਚੀ ਉਮਰ ਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਰਨਾ ਕੀ ਹੈ, ਲੇਕਿਨ ਉਹਨਾਂ ਨੂੰ ਵਿਆਹ ਕੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਜਾਂਦੀਆਂ ਨੇ। ਤੇ ਮੈਂ ਕਹਿੰਦਾ ਕਿ ਮਰੀਮ ਨਵਾਜ਼ ਸਾਹਿਬ ਨੇ ਬੜਾ ਹੀ ਅਹਿਮ ਫੈਸਲਾ ਕੀਤਾ ਹੈ, ਇੱਕ ਬੜੀ ਅੱਛੀ ਕਾਨੂੰਨ ਸਾਜ਼ੀ ਕੀਤੀ ਹੈ, ਬੜਾ ਅੱਛਾ ਬਿੱਲ ਪਾਸ ਕੀਤਾ ਤੇ ਹੁਣ ਕਿਸੇ ਵੀ ਬੱਚੇ ਦੀ ਜਿਹੜੀ ਨਾ ਜ਼ਿੰਦਗੀ ਤਬਾਹ ਨਹੀਂ ਹੋਏਗੀ। ਦੂਸਰਾ ਭਾਈਜਾਨ ਇਰਾਨ ਦੇ ਜਿਹੜੇ ਡਿਪਟੀ ਸਪੀਕਰ ਸਾਹਿਬ ਹੈਗੇ ਨੇ ਉਹਨਾਂ ਨੇ ਇੱਕ ਬੜਾ ਹੀ ਗੈਰ ਮੁਨਾਸਿਬ ਜਿਹਾ ਜਿਹੜਾ ਨਾ ਇੱਕ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਪਾਕਿਸਤਾਨ ਦੇ ਉੱਤੇ ਕੋਈ ਇਤਬਾਰ ਨਹੀਂ ਹੈ। ਇਹ ਪਾਕਿਸਤਾਨ ਜਿਹੜਾ ਸਾਲਸੀ ਦਾ ਕਿਰਦਾਰ ਅਦਾ ਕਰ ਰਿਹਾ ਇਹ ਸਾਨੂੰ ਸਿਰਫ ਟੋਪੀ ਡਰਾਮਾ ਲੱਗ ਰਿਹਾ। ਇਹਦਾ ਸਾਰਾ ਤਰ ਝੁਕਾਓ ਜਿਹੜਾ ਹੈਗਾ ਨਾ ਉਹ ਅਮਰੀਕਾ ਦੇ ਨਾਲ ਹੈਗਾ ਤੇ ਲਿਹਾਜ਼ਾ ਸਾਨੂੰ ਪਾਕਿਸਤਾਨ ਦੇ ਉੱਤੇ ਕੋਈ ਇਤਬਾਰ ਨਹੀਂ ਹੈਗਾ। ਹੁਣ ਬੰਦਾ ਇਹਦੇ ਕੋਲੋਂ ਪੁੱਛੇ ਕਿ ਜਨਾਬ ਅਸੀਂ ਤੁਹਾਡੀ ਜੰਗ ਦੇ ਪਿੱਛੇ ਆਪਣੀ ਗਰਦਨ ਦਿੱਤੀ ਹੋਈ ਹੈ ਪਾਕਿਸਤਾਨ ਨੇ, ਠੀਕ ਹੈ। ਸੁਬਾਹ ਦੁਪਹਿਰ ਸ਼ਾਮ ਸਾਡੇ ਪ੍ਰਾਈਮ ਮਿਨਿਸਟਰ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ, ਨਾਇਬ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਸਹਾਕ ਡਾਰ ਸਾਹਿਬ, ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਸ਼ਾਹ ਸਾਹਿਬ, ਉਹ ਨਾ ਦਿਨ ਦੇਖ ਰਹੇ ਨੇ ਨਾ ਰਾਤ ਦੇਖ ਰਹੇ ਨੇ ਤੇ ਜੰਗਬੰਦੀ ਦੇ ਵਿੱਚ ਬੜਾ
ਨੱਸ ਭੱਜ ਕਰਦੇ ਨੇ, ਕਦੀ ਅਮਰੀਕਾ ਨੂੰ ਫ਼ੋਨ ਕਰ ਰਹੇ, ਕਦੀ ਇਰਾਨ ਜਾ ਰਹੇ ਨੇ, ਕਦੀ ਕਿੱਧਰ, ਠੀਕ ਹੈ। ਅਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਅਤੇ ਬਿਲਕੁਲ ਨੇਕ ਨੀਤੀ ਦੇ ਨਾਲ ਕਿ ਜੀ ਇਹ ਕਿਸੇ ਤਰ੍ਹਾਂ ਜੰਗਬੰਦੀ ਹੋਏ ਅਤੇ ਪੂਰੀ ਦੁਨੀਆ ਦੇ ਵਿੱਚ ਅਮਨ ਹੈ, ਅਤੇ ਪੂਰੀ ਦੁਨੀਆ ਜਿਹੜੀ ਹੈ ਉਹ ਐਪਰੀਸ਼ੀਏਟ ਕਰ ਰਹੀ ਹੈ ਪਾਕਿਸਤਾਨ ਦੇ ਇਸ ਕਿਰਦਾਰ ਨੂੰ। ਲੇਕਿਨ ਇਹ ਜਿਹੜਾ ਭਾਈ ਹੈਗਾ, ਇਹ ਕਹਿੰਦਾ ਕਿ ਜੀ ਸਾਨੂੰ ਪਾਕਿਸਤਾਨ 'ਤੇ ਇਤਬਾਰ ਨਹੀਂ, ਅਤੇ ਜੇ ਤੈਨੂੰ ਪਾਕਿਸਤਾਨ ਦੇ ਉੱਤੇ ਇਤਬਾਰ ਨਹੀਂ ਹੈਗਾ ਤਾਂ ਫਿਰ ਤੂੰ ਕਰ ਲੈ, ਫਿਰ ਆਪਣੀ ਜੰਗ ਲੜ ਲੈ, ਫਿਰ ਕਰ ਲੈ ਜੋ ਤੂੰ ਕਰ ਸਕਣਾ ਜੇ, ਤੂੰ ਜਿੱਤ ਸਕਣਾ ਜੰਗ ਤਾਂ ਫਿਰ ਜਿੱਤ ਲੈ। ਉਹ ਪਾਕਿਸਤਾਨ ਨਾ ਹੋਏ ਤਾਂ ਤੁਹਾਨੂੰ ਬਚਾਏ ਕੌਣ? ਇਸ ਟਾਈਮ ਜੇ ਤੁਸੀਂ ਬਚੇ ਹੋਏ ਹੋ, ਉਹਦੇ ਵਜ੍ਹਾ ਮੇਨ ਇਹ ਹੈ ਕਿ ਪਾਕਿਸਤਾਨ ਤੁਹਾਡੇ ਨਾਲ ਖੜਾ ਹੈ, ਵਰਨਾ ਤੁਹਾਡੇ ਨਾਲ ਤਾਂ ਕੋਈ ਵੀ ਨਹੀਂ ਖੜਾ ਹੋਇਆ। ਸਮਝ ਆ ਰਹੀ? ਅਤੇ ਤੁਸੀਂ ਪਾਕਿਸਤਾਨ ਦੇ ਉੱਤੇ ਸ਼ੱਕ ਕਰਦੇ ਹੋ। ਪਾਕਿਸਤਾਨ ਨੇ ਆਪਣੀ ਕੁਰਬਾਨੀ ਦਿੱਤੀ ਹੋਈ ਹੈ, ਮਹਿੰਗਾਈ ਦਾ ਤੂਫਾਨ ਹੈਗਾ ਪਾਕਿਸਤਾਨ ਦੇ ਵਿੱਚ, ਪੈਟਰੋਲ ਮਹਿੰਗਾ ਹੋ ਗਿਆ, ਬਿਜਲੀ ਦੀ ਕਿੱਲਤ ਹੈ, ਗੈਸ ਦੀ ਕਿੱਲਤ ਹੈ, ਉਹਦੇ ਬਾਵਜੂਦ ਪਾਕਿਸਤਾਨ ਜਿਹੜਾ ਨਾ ਸੀਸਾ ਪਲਾਈ ਦੀਵਾਰ ਦੀ ਤਰ੍ਹਾਂ ਖੜਾ ਹੈ ਕਿ ਨਹੀਂ ਅਸੀਂ ਹਰ ਸੂਰਤ ਵਿੱਚ ਜਿਹੜਾ ਨਾ ਅਮਨ ਕਾਇਮ ਕਰਕੇ ਛੱਡਣਾ ਭਾਵੇਂ ਕੁਛ ਵੀ ਹੋ ਜਾਏ, ਅਤੇ ਤੁਸੀਂ ਪਾਕਿਸਤਾਨ ਦੇ ਉੱਤੇ ਸ਼ੱਕ ਕਰਦੇ ਹੋ। ਬੜੇ ਅਫਸੋਸ ਦੀ ਗੱਲ ਹੈ। ਇਹ ਮੈਂ ਸਮਝਣਾ ਕਿ ਜਿਹੜਾ ਡਿਪਟੀ ਸਪੀਕਰ ਹੈਗਾ ਨਾ ਇਰਾਨ ਦਾ, ਇਹਨੂੰ ਜਿਹੜਾ ਨਾ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ। ਅਸੀਂ ਸ਼ਦੀਦ ਮਜ਼ੰਮਤ ਕਰਦੇ ਹਾਂ ਇਹਦੇ ਇਸ ਬਿਆਨ ਦੀ, ਅਤੇ ਅਸੀਂ ਮੁਤਾਲਬਾ ਕਰਦੇ ਹਾਂ ਇਰਾਨ ਦੀ ਗੌਰਮੈਂਟ ਕੋਲੋਂ ਕਿ ਜੀ ਇਹਦਾ ਤੁਸੀਂ ਤਹਿਕੀਕਾਤ ਕਰਾਓ ਕਿ ਇਹਨੇ ਕਿਹਦੇ ਕਹਿਣ 'ਤੇ ਬਿਆਨ ਦਿੱਤਾ, ਠੀਕ ਹੈ। ਹੁਣ ਸਾਨੂੰ ਪਤਾ ਹੈ ਕਿ ਇਰਾਨ ਦੇ ਵਿੱਚ ਜਿਹੜਾ ਨਾ ਇੱਟ ਪੁੱਟੋ ਅਤੇ ਜਸੂਸ ਹੈਗੇ ਨੇ ਜਿਹੜੇ ਇਜ਼ਰਾਈਲ ਵਾਸਤੇ ਕੰਮ ਕਰਦੇ ਨੇ, ਜਿਹੜੇ ਇੰਡੀਆ ਵਾਸਤੇ ਕੰਮ ਕਰਦੇ ਪਏ ਨੇ, ਜਿਹੜੇ ਪਾਕਿਸਤਾਨ ਦੇ ਦੁਸ਼ਮਣ ਹੈਗੇ ਨੇ ਅਤੇ ਜਿਹੜੇ ਅਮਨ ਦੇ ਦੁਸ਼ਮਣ ਹੈਗੇ ਨੇ, ਸਾਨੂੰ ਪਤਾ। ਅਤੇ ਹੋ ਸਕਦਾ ਕਿ ਇਹਦਾ ਤਾਲੁਕ ਵੀ ਜਿਹੜਾ ਨਾ ਇਹਨਾਂ ਦੇ ਵਿੱਚੋਂ ਕਿਸੇ ਦੇ ਨਾਲ ਹੋਏ। ਅਤੇ ਮੈਂ ਇਹੀ ਕਹਾਂਗਾ ਕਿ ਜਿਹੜੀ ਗੌਰਮੈਂਟ ਹੈਗੀ ਹੈ ਇਹਦੀ ਮਸੂਦ ਸਾਹਿਬ ਦੀ, ਮਸੂਦ ਪਜ਼ਸ਼ਕਿਆਨ ਜਾਂ ਬੜਾ ਮੁਸ਼ਕਿਲ ਨਾਮ ਯਾਦ ਇਹਦਾ, ਅਤੇ ਮਸੂਦ ਸਾਹਿਬ ਦੀ ਜਿਹੜੀ ਹਕੂਮਤ ਹੈਗੀ ਹੈ, ਅਤੇ ਇਹਨੂੰ ਚਾਹੀਦਾ ਕਿ ਜੀ ਕਿ ਇਹਦੇ ਬਿਆਨ ਦੇ ਸਖਤੀ ਦੇ ਨਾਲ ਨੋਟਿਸ ਲੈਣ, ਤਹਿਕੀਕਾਤ ਕਰਾਉਣ ਕਿ ਇਹਨੇ ਕਿਸ ਹਵਾਲੇ ਦੇ ਨਾਲ ਬਿਆਨ ਦਿੱਤਾ। ਆਪਣੇ ਬਰਾਦਰ ਜਿਹੜਾ ਮੁਲਕ ਹੈਗਾ ਪਾਕਿਸਤਾਨ, ਉਹਦੇ ਉੱਤੇ ਸ਼ੱਕ ਕਰਨ ਦੀ ਇਹਨੇ ਜੁਰਤ ਕਿਵੇਂ ਕੀਤੀ ਹੈ? ਕਿਉਂਕਿ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ ਕੁਰਬਾਨੀ ਦਿੱਤੀ ਹੈ, ਅਤੇ ਪਾਕਿਸਤਾਨ ਨੂੰ ਇਸ ਤਰ੍ਹਾਂ ਕਹਿਣਾ, ਮੈਂ ਕਹਿਣਾ ਕਿ ਇਹ ਜਿਹੜਾ ਨਾ ਅੱਛੀ ਗੱਲ ਨਹੀਂ ਹੈਗੀ। ਅਤੇ ਦੇਖੋ ਹੁਣ ਇਸ ਦੇ ਬਿਆਨ ਦੀ ਕਿੰਨੀ ਜਿਹੜਾ ਨਾ ਉਹ ਇਨਕੁਆਇਰੀ ਕੀਤੀ ਜਾਂਦੀ ਹੈ। ਪਾਕਿਸਤਾਨ ਨੇ ਤਾਂ ਬਹਰਾਲ ਆਪਣਾ ਪ੍ਰੋਟੈਸਟ ਜਿਹੜਾ ਨਾ ਉਹ ਰਿਕਾਰਡ ਕਰਾ ਦਿੱਤਾ। ਸੁਹੇਲ ਅਫਰੀਦੀ KPK ਦਾ ਜਿਹੜਾ ਵਜ਼ੀਰ ਆਲਾ ਭਾਈਜਾਨ, ਉਹਦੀ ਜਿਹੜੀ ਵਜ਼ਾਰਤ ਹੈਗੀ ਨਾ ਉਹ ਮੈਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ। ਉਹ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਜਨਾਬ ਜਿਹੜੀ ਆਇਨੀ ਜਿਹੜੀ ਅਦਾਲਤ ਹੈਗੀ ਹੈ ਨਾ, ਉਹਨੇ ਜਨਾਬ ਇੱਕ ਬੜਾ ਵੱਡਾ ਫੈਸਲਾ ਦਿੱਤਾ। ਉਹ ਫੈਸਲਾ ਇਹ ਦਿੱਤਾ ਜਨਾਬ ਕਿ ਇਹ ਜਿਨ੍ਹਾਂ ਨੇ 9 ਮਈ ਕਰਵਾਏ ਸਨ ਨਾ, ਜਿਹੜੇ 9 ਮਈ ਦੇ ਵਿੱਚ ਮੁਲਵਸ ਸਨ, ਉਹਨਾਂ ਨੂੰ ਦੀਆਂ ਸਜ਼ਾਵਾਂ ਜਿਹੜੀਆਂ ਸਨ ਉਹਨਾਂ ਨੇ ਬਰਕਰਾਰ ਰੱਖ ਦਿੱਤੀਆਂ ਨੇ। ਅਤੇ ਜਿਹੜੇ ਹਾਲੇ ਤੱਕ ਜਿਹੜੇ ਨੇ ਐਬਸਕੌਂਡਰ ਹੈਗੇ ਨੇ, ਫਰਾਰ ਹੈਗੇ ਨੇ, ਨੱਸੇ ਹੋਏ ਨੇ, ਭੱਜੇ ਨੇ, ਅਤੇ ਉਹਨਾਂ ਵਾਸਤੇ ਵੀ ਉਹਨਾਂ ਨੇ ਕਿਹਾ ਜੀ ਕਿ ਤੁਹਾਡੀਆਂ ਸਜ਼ਾਵਾਂ ਨਾ ਤਾਂ ਘੱਟ ਹੋਣਗੀਆਂ ਨਾ ਹੀ ਖਤਮ ਹੋਣਗੀਆਂ। ਜਿਹੜੀਆਂ ਸਜ਼ਾਵਾਂ ਤੁਹਾਨੂੰ ਮਿਲ ਚੁੱਕੀਆਂ ਨੇ, ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦੇ, ਕਾਨੂੰਨ ਦੇ ਹਵਾਲੇ ਨਹੀਂ ਕਰਦੇ, ਉਨੀ ਦੇਰ ਤੱਕ ਜਿਹੜਾ ਨਾ ਤੁਹਾਨੂੰ ਜਿਹੜਾ ਨਾ ਤੁਹਾਡੀਆਂ ਸਜ਼ਾਵਾਂ ਉਹ ਸਟਾਰਟ ਉੱਥੋਂ ਹੀ ਹੋਣੀਆਂ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਹਵਾਲਾ ਕਾਨੂੰਨ ਕਰੋਗੇ, ਠੀਕ ਹੈ। ਹਾਲੇ ਤੁਸੀਂ ਭੱਜੇ ਹੋ ਤਾਂ ਭੱਜੇ ਰਹੋ, ਰੂਹ ਪੋਸ਼ ਹੈਗੇ ਤਾਂ ਰੂਹ ਪੋਸ਼ ਰਹੋ, ਲੇਕਿਨ ਜਿਹੜੀਆਂ ਸਜ਼ਾਵਾਂ ਤੁਹਾਨੂੰ ਸੁਣਾਈਆਂ ਜਾ ਚੁੱਕੀਆਂ ਨੇ ਉਹ ਬਰਕਰਾਰ ਰਹਿਣਗੀਆਂ। ਸੁਹੇਲ ਅਫਰੀਦੀ ਨੇ, ਤੁਹਾਨੂੰ ਪਤਾ ਕਿ ਇਹਨੇ ਉਹ ਜਿਹੜਾ ਸੀ ਪਿਸ਼ਾਵਰ ਰੇਡੀਓ ਦੇ ਉੱਤੇ ਹਮਲਾ ਕੀਤਾ ਸੀ, ਅਤੇ ਉੱਥੇ ਵੀ ਜਿਹੜਾ ਸੀ GHQ ਜਿਹੜਾ ਪਿਸ਼ਾਵਰ ਦੇ ਵਿੱਚ ਹੈਗਾ ਉੱਥੇ ਹਮਲਾ ਕੀਤਾ ਸੀ, ਅਤੇ ਗੇਟ ਤੋੜ ਕੇ ਅਤੇ ਲੈ ਗਏ ਸਨ, ਅਤੇ ਉਹ ਜਾ ਕੇ ਅਤੇ ਕਬਾੜੀਏ ਨੂੰ ਵੇਚ ਦਿੱਤਾ, ਅਤੇ ਫਿਰ ਕਬਾੜੀਏ ਨੂੰ ਫੜਿਆ ਗਿਆ, ਅਤੇ ਫਿਰ ਉਹ ਬੰਦਿਆਂ ਦੀ ਨਿਸ਼ਾਨਦੇਹੀ ਕਰਾਈ ਗਈ, ਅਤੇ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ, ਅਤੇ ਗੇਟ ਨੂੰ ਦੁਬਾਰਾ ਲਿਆ ਕੇ ਉੱਥੇ ਫਿਕਸ ਕਰ ਦਿੱਤਾ ਗਿਆ, ਠੀਕ ਹੈ। ਅਤੇ ਸੁਹੇਲ ਅਫਰੀਦੀ ਦੀ ਬਕਾਇਦਾ ਵੀਡੀਓ ਜਿਹੜੀ ਸੀ ਨਾ ਉਹ ਮੰਦਰਿਆਮ ਦੇ ਵਿੱਚ ਆਈਆਂ ਨੇ, ਅਤੇ ਉਹਦੀ ਵੀਡੀਓ ਨੂੰ ਫਿਰ ਬਕਾਇਦਾ ਫਰਾਂਸਿਕ ਦੇ ਜ਼ਰੀਏ ਜਿਹੜਾ ਨਾ ਟੈਸਟ ਕਰਾਇਆ ਗਿਆ, ਅਤੇ ਉਹ ਟੈਸਟ ਤੋਂ ਪਤਾ ਲੱਗ ਗਿਆ ਕਿ ਜੀ ਇਹ ਸੁਹੇਲ ਅਫਰੀਦੀ ਹੈ, ਅਤੇ ਇਹਦੀ ਇਹ ਵੀਡੀਓ ਵੀ ਜਿਹੜਾ ਨਾ ਆਇਨੀ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ, ਅਤੇ ਉਹਨਾਂ ਨੂੰ ਦੱਸਿਆ ਕਿ ਜਨਾਬ ਇਸ ਬੰਦੇ ਦੇ ਉੱਤੇ ਵੀ ਜਿਹੜਾ ਨਾ ਫਤਵਾ ਲਾਓ, ਇਹਦੇ ਵਿੱਚ ਵੀ ਜਿਹੜਾ ਨਾ ਇਹਨੂੰ ਵੀ ਸਜ਼ਾ ਦਿਓ। ਅਤੇ ਲਿਹਾਜ਼ਾ ਸੁਹੇਲ ਅਫਰੀਦੀ ਜਿਹੜਾ ਨਾ ਉਹਦੀ ਜਿਹੜੀ ਵਜ਼ਾਰਤ ਹੈਗੀ ਨਾ ਉਹ ਸਾਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ, ਅਤੇ ਕਿਉਂਕਿ ਆਇਨੀ ਅਦਾਲਤ ਦਾ ਜਿਹੜਾ ਫੈਸਲਾ ਹੈਗਾ ਨਾ ਉਹ ਅਟਲ ਹੈਗਾ ਜੇ। ਅਤੇ ਸੁਹੇਲ ਅਫਰੀਦੀ ਜਿਹੜਾ ਤੁਹਾਨੂੰ ਬਿਲਕੁਲ ਅੱਛਾ ਬੱਚਾ ਬਣ ਕੇ ਨਜ਼ਰ ਆ ਰਿਹਾ, ਉਹਦੀ ਵਜ੍ਹਾ ਇਹੀ ਹੈਗੀ ਹੈ ਕਿ ਉਹ ਚਾਹ ਰਿਹਾ ਕਿ ਜੀ ਕਿ ਮੇਰੀ ਇਹ ਸਜ਼ਾ ਜੀ ਜਿਹੜੀ ਹੈ ਨਾ ਉਹ ਮੈਨੂੰ ਦੀ ਮਾਫੀ ਮਿਲ ਜਾਏ, ਅਤੇ ਮੈਂ ਕਿਉਂਕਿ ਹੁਣ ਵਜ਼ੀਰ ਆਲਾ ਬਣ ਚੁੱਕਿਆ, ਅਤੇ ਮੈਨੂੰ ਹੁਣ ਮਜ਼ਾ ਆ ਰਿਹਾ ਬੜਾ, ਅਤੇ ਪ੍ਰੋਟੋਕੋਲ ਮੈਂ ਇੰਜੋਏ ਕਰ ਰਿਹਾ, ਅਤੇ ਲਿਹਾਜ਼ਾ ਮੈਂ ਹੁਣ ਬਿਲਕੁਲ ਅੱਛਾ ਬੱਚਾ ਬਣ ਕੇ ਅਤੇ ਹਕੂਮਤ ਦੇ ਨਾਲ ਚੱਲਾਂਗਾ। ਹਾਂ ਬਸ ਇਹ ਹਲਕੇ ਫੁਲਕੇ ਮੈਂ ਫਾਇਰ ਮਾਰਦਾ ਰਹਾਂਗਾ, ਫੋਕੇ ਫਾਇਰ ਮਾਰਦਾ ਰਹਾਂਗਾ, ਲੇਕਿਨ ਜਿਹੜਾ ਮੇਰੀ ਸਾਰੀ ਵਫਾਦਾਰੀ ਜਿਹੜੀ ਨੇ ਨਾ ਉਹ ਹਕੂਮਤ ਦੇ ਨਾਲ
ਤੇ ਰਿਆਸਤ ਦੇ ਨਾਲ ਹੈਗੀ ਹੈ ਤੇ ਇਮਰਾਨ ਖਾਨ ਗਿਆ ਤੇਲ ਲੈਣ। ਸਮਝ ਆ ਰਹੀ ਹੈ। ਤੇ ਦੇਖੋ ਹੁਣ ਸੁਹੇਲ ਅਫਰੀਦੀ ਨੂੰ ਜਿਹੜਾ ਨਾ ਕਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਜੇ ਤੇ ਰਿਆਸਤ ਤੇ ਹਕੂਮਤ ਸਮਝੇਗੀ ਕਿ ਨਹੀਂ ਕਾਨੂੰਨ ਦੀ ਪਾਸਦਾਰੀ ਕਰਨੀ ਹੈ ਤੇ ਫਿਰ ਤੇ ਸੁਹੇਲ ਅਫਰੀਦੀ ਜਿਹੜਾ ਨਾ ਉਹ ਤੇ ਫਿਰ ਜਿੰਦਾ ਦਾ ਮਹਿਮਾਨ ਹੈਗਾ। ਨਹੀਂ ਤੇ ਫਿਰ ਤੁਹਾਨੂੰ ਪਤਾ ਫਿਰ ਰਿਆਸਤ ਦੇ ਆਪਣੇ ਮਫਾਦਾਤ ਹੁੰਦੇ ਨੇ ਤੇ ਹਕੂਮਤ ਦੇ ਆਪਣੇ ਮਫਾਦਾਤ ਹੁੰਦੇ ਨੇ। ਤੇ ਜੇ ਤੇ ਉਹ ਕਹਿਣਗੇ ਕਿ ਠੀਕ ਹੈ, ਜੇ ਸਾਡੀ ਇਹ ਕਹਿਣ ਤੇ ਚੱਲ ਰਿਹਾ, ਅੱਛਾ ਬੱਚਾ ਬਣ ਰਿਹਾ ਤੇ ਸਾਡੀ ਗੱਲ ਮੰਨੇਗਾ ਤੇ ਫਿਰ ਬਣਾਈ ਰੱਖੋ ਇਹਨੂੰ ਵਜ਼ੀਰ ਆਲਾ, ਸਾਨੂੰ ਕੋਈ ਚੁੱਭਦਾ ਨਹੀਂ ਆ। ਤੇ ਜਨਾਬੀ ਅਲੀ ਇਹ ਸੀ ਅੱਜ ਦੀਆਂ ਖਬਰਾਂ। ਤੇ ਮੇਰੇ ਕੋਲ ਜੋ ਮਾਲੂਮਾਤ ਹੈਗੀਆਂ ਸਨ ਉਹ ਮੈਂ ਗੋਸ਼ੇਗੁਜ਼ਾਰ ਕਰ ਦਿੱਤੀਆਂ ਨੇ। ਤੁਹਾਡੇ ਕੋਲੋਂ ਦਰਖਾਸਤ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ 20 ਲੱਖ बर वक्त ਤੁਹਾਡੇ ਤੱਕ ਪਹੁੰਚੇ। ਤੇ ਕਮੈਂਟ ਦੇ ਵਿੱਚ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ 'ਚ ਰਹਿ ਕੇ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ख़त्म ਕਰਨਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।